सब होगा मेरे बस में। ਇਹ ਤਾਂ ਲਾਈਕ ਬਿਗ ਬੌਸ ਹੋ ਗਿਆ। ਇਹ ਨਾਲ ਰੋਂਦੇ ਹੈ, ਹੱਸਦੇ ਹੈ, ਖੇਡਦੇ ਹੈ, ਨੱਚਦੇ ਹੈ, ਟੱਪਦੇ ਹੈ, ਇਦਾਂ ਦੀਆਂ ਐਕਟੀਵਿਟੀਜ਼ ਹੁੰਦੀਆਂ। ਹੈਲੋ ਜੀ, ਕਿੱਦਾਂ ਕੀ ਹਾਲ ਚਾਲ? ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਜ਼ਿਆਦਾ ਘੈਂਟ ਹੋਵੋਗੇ। ਮੇਰਾ ਨਾਮ ਹੈ ਸਨਮੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੀਲ ਟੀਵੀ ਐਕਸਟਰਾ। ਸੋ ਅੱਜ ਦੀ ਜਿਹੜੀ ਵੀਡੀਓ ਹੈ ਇੱਕ ਤੁਹਾਡੇ ਪਾਕਿਸਤਾਨ ਦਾ ਕੋਈ ਰਿਐਲਿਟੀ ਸ਼ੋਅ ਆਇਆ। ਰਿਐਲਿਟੀ ਸ਼ੋਅ ਪਾਕਿਸਤਾਨ ਦੇ ਵਿੱਚ ਵੈਸੇ ਤਾਂ ਬਹੁਤ ਘੱਟ ਬਣਦੇ, ਪਰ ਜਿਹੜੇ ਬਣੇ ਆ ਉਹਨਾਂ ਦੇ ਵਿੱਚੋਂ ਇੱਕ ਆਇਆ ਜਿਹਦਾ ਨਾਮ ਹੈਗਾ ਤਮਾਸ਼ਾ। ਅਦਨਾਨ ਸਦੀਕੀ, ਠੀਕ ਹੈ, ਉਹ ਲੈ ਕੇ ਆ ਰਹੇ ਹੋਸਟ ਕਰ ਰਹੇ ਇਸ ਸ਼ੋਅ ਨੂੰ। ਪਰ ਸ਼ੋਅ ਆਉਣ ਤੋਂ ਪਹਿਲਾਂ ਹੀ ਇਹਦੀ ਬੜੀਆਂ ਚਰਚਾਵਾਂ ਹੋਣ ਲੱਗੀਆਂ, ਬਿਕੋਜ਼ ਸਾਰੇ ਜਣੇ ਕਹਿਣ ਲੱਗੇ ਕਿ ਇਹ ਇੱਕ ਸਸਤੀ ਕਾਪੀ ਹੈ ਇੰਡੀਆ ਦੇ ਸ਼ੋਅ ਬਿਗ ਬੌਸ ਦੀ। ਠੀਕ ਹੈ, ਬਿਗ ਬੌਸ ਸ਼ੋਅ ਨੂੰ ਪਾਕਿਸਤਾਨ ਦੇ ਵਿੱਚ ਵੈਸੇ ਹੀ ਕੋਈ ਜਾਣੇ ਪਸੰਦ ਨਹੀਂ ਕਰਦੇ ਸੀ। ਮੋਸਟਲੀ ਜਿਹੜੇ ਕੁਝ ਧਾਰਮਿਕ ਲੋਕ ਆ ਉਹ ਬਿਲਕੁਲ ਨਹੀਂ ਪਸੰਦ ਕਰਦੇ ਸੀ, ਕਿਉਂਕਿ ਕਹਿੰਦੇ ਸੀ ਇਹ ਸ਼ੈਤਾਨ ਕੁਛ ਇੱਦਾਂ ਦਾ ਸਮਥਿੰਗ ਲਾਈਕ ਦੈਟ। ਠੀਕ ਹੈ, ਬਟ ਵੈਸੇ ਵੀ ਇੱਦਾਂ ਦੀ ਚੀਜ਼ਾਂ ਨੂੰ ਇੰਡੀਆ ਵਿੱਚ ਵੀ ਕਈ ਜਾਣੇ, ਇੰਡੀਆ ਵਿੱਚ ਤਾਂ ਮੋਸਟਲੀ ਜ਼ਿਆਦਾ ਪਸੰਦ ਕੀਤਾ ਜਾਂਦਾ। ਠੀਕ ਹੈ, ਪਰ ਕਈ ਜਾਣੇ ਹੋ ਸਕਦਾ ਹੈ ਜਿਹੜੇ ਨਹੀਂ ਵੇਖਦੇ, ਪਰ ਯੰਗ ਜਨਰੇਸ਼ਨ ਆਈ ਥਿੰਕ ਦੇਖਦੀ ਹੈ। ਸੋ ਗੱਲ ਹੈ ਕਿ ਕਾਪੀ ਹੈ ਜਾਂ ਨਹੀਂ ਹੈ, ਉਹ ਇੱਕ ਅਲੱਗ ਟੌਪਿਕ ਹੈ। ਹੋ ਸਕਦਾ ਉਹਦੇ ਤੋਂ ਇਹ ਪ੍ਰਭਾਵਿਤ ਉੱਦਾਂ ਦਾ ਹੀ ਕੁਛ ਹੋਵੇ ਕਿ ਇੱਕ ਘਰ ਦੇ ਵਿੱਚ ਬੰਦੇ ਰਹਿੰਦੇ ਆ ਅਤੇ ਇੱਕ ਜਣਾ ਹੋਸਟ ਕਰ ਰਿਹਾ। ਠੀਕ, ਉਹ ਚੀਜ਼ ਹੋ ਸਕਦੀ ਹੈ। ਬਟ ਬਿਗ ਬੌਸ ਵੀ ਇੱਕ ਤਰ੍ਹਾਂ ਦੀ ਕਾਪੀ ਕਹਿ ਸਕਦੇ ਹਾਂ ਤੁਸੀਂ। ਬਿਗ ਬ੍ਰਦਰ ਇੱਕ ਸ਼ੋਅ ਹੈ ਫੋਰਨਰਸ ਦਾ। ਠੀਕ ਹੈ, ਪਤਾ ਨਹੀਂ ਕਿਹੜੀ ਕੰਟਰੀ ਤੋਂ, ਆਈ ਡੋਂਟ ਨੋ ਅਬਾਊਟ ਦੈਟ, ਬਟ ਉਹ ਵੀ ਇੱਕ ਬਿਗ ਬ੍ਰਦਰ ਨਾਮ ਸ਼ੋਅ ਆਉਂਦਾ। ਐਂਡ ਉਹ ਕਾਪੀ ਨਹੀਂ ਕਹਿ ਸਕਦੇ, ਬਿਕੋਜ਼ ਉਹਦੇ ਜੋ ਪ੍ਰੋਡਿਊਸਰਸ ਆ ਉਹ ਬਿਗ ਬ੍ਰਦਰ ਵਾਲੇ ਹੀ ਹੈ। ਠੀਕ ਹੈ, ਸੋ ਮੇਕਰਸ ਉਹਨਾਂ ਦੇ ਬਿਗ ਬ੍ਰਦਰ ਵਾਲੇ ਹੀ ਹੈ ਅਤੇ ਉਹਨਾਂ ਨੇ ਇੰਡੀਆ ਵਿੱਚ ਫਿਰ ਬਿਗ ਬੌਸ ਨਾਮ ਤੋਂ ਸ਼ੁਰੂ ਕੀਤਾ। ਮਤਲਬ ਇੱਕ ਤਰ੍ਹਾਂ ਦੀ ਉਹਨਾਂ ਦੀ ਹੀ ਫਰੈਂਚਾਈਜ਼ੀ ਕਹਿ ਸਕਦੇ ਹਾਂ। ਸੋ ਇਹਨੂੰ ਤੁਸੀਂ ਸ਼ਾਇਦ ਮੇ ਵੀ ਕਾਪੀ ਨਹੀਂ ਕਹਿ ਸਕਦੇ। ਬਟ ਪਾਕਿਸਤਾਨ ਦੇ ਵਿੱਚ ਜਿਹੜਾ ਤਮਾਸ਼ਾ ਘਰ ਸ਼ੁਰੂ ਹੋਇਆ ਇਹਦੇ ਬਾਰੇ ਜਾਣਦੇ ਹਾਂ ਕਿ ਕੀ ਹੈ। ਪਹਿਲਾਂ ਆਪਾਂ ਇਹਦਾ ਇੱਕ ਟ੍ਰੇਲਰ ਜਿਹਾ ਦੇਖਾਂਗੇ, ਟੀਜ਼ਰ ਜਿਹਾ, ਉਸ ਤੋਂ ਬਾਅਦ ਦੇਖਦੇ ਹਾਂ ਅੱਗੇ ਕਿ ਇੱਕ ਹੋਰ ਵੀਡੀਓ ਛੋਟੀ ਜਿਹੀ ਹੋਵੇ। ਪੂਰੀ ਵੀਡੀਓ ਦੇਖ ਕੇ ਜਾਓ ਪਲੀਜ਼, ਬਸ ਇੰਨੀ ਗੱਲ ਕਹਿਣੀ ਸੀ। ਚਲੋ ਵੀਡੀਓ ਦੇਖਦੇ ਹਾਂ। ਓਕੇ, मेरे हाथ लगी है डुगडुगी और डुगडुगी। इसके इशारे पे सब नाचेंगे। अच्छा, तमाशा कॉन्सेप्ट बनाया ना है। रखेगा कदम इस तमाशा घर में। उसका सोना जागना, घूमना फिरना, खाना पीना सब होगा मेरे बस में। ये तो लाइक बिग बॉस हो गया। जो मैं कहूंगा वो करोगे, जो मैं दिखाऊंगा वो देखोगे, जो मैं सुनाऊंगा वो सुनोगे। छुप छुप के मुझसे बातें करोगे और मेरे हर फैसले को मानोगे। क्योंकि ये तमाशा मैंने लगाया है। यहाँ पर्दा उठाऊंगा भी मैं और गिराऊंगा भी मैं, सिर्फ ARY डिजिटल पर। ओके, सो तमाशा ਇੱਕ ਤਰ੍ਹਾਂ ਉੱਦਾਂ ਦਾ ਹੀ ਮੈਨੂੰ ਸ਼ੋਅ ਲੱਗ ਰਿਹਾ, ਕਿਉਂਕਿ ਇਹਨਾਂ ਨੇ ਵਿੱਚ ਘਰ ਦਿਖਾਇਆ, ਕਿਚਨ ਦੇ ਵਿੱਚ ਖੜਾ ਸੀਗਾ। ਜਿੱਦਾਂ ਉਹ ਕਹਿ ਰਿਹਾ ਕਿ ਜੋ ਮੈਂ ਕਹੂੰਗਾ ਉਹੀ ਤੁਸੀਂ ਚੀਜ਼ਾਂ ਕਰਨੀਆਂ। ਸੋ ਇਟ ਸੀਮਸ ਲਾਈਕ ਇਹ ਬਿਗ ਬੌਸ ਦੀ ਤਰ੍ਹਾਂ ਹੀ ਸ਼ੋਅ ਹੈ। ਬਿਗ ਬੌਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਡੇਲੀ ਟਾਸਕ ਦਿੱਤੇ ਜਾਂਦੇ ਸੀ ਕੁਛ, ਠੀਕ ਹੈ, ਜਾਂ ਡੇਲੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸਮਾਨ ਘੱਟ ਦਿੱਤਾ ਜਾਂਦਾ ਸੀ ਤਾਂ ਜੋ ਇੱਕ ਦੂਜੇ ਨਾਲ ਲੜਾਈਆਂ ਹੋਣ। ਉਹ ਵੈਸੇ ਬੜੀਆਂ ਯਾਰ ਛੋਰੀਆਂ ਜਿਹੀਆਂ ਗੱਲਾਂ ਲੱਗਦੀਆਂ ਉਹ, ਹੈ ਨਾ। ਉਹ ਰੋਟੀਆਂ ਪਿੱਛੇ ਲੜ ਪੈਂਦੇ ਆ, ਖਾਣੇ ਪਿੱਛੇ ਲੜ ਪੈਂਦੇ ਆ, ਅਤੇ ਕੋਈ ਫੋਨਸ ਅਲਾਊਡ ਨਹੀਂ ਹੁੰਦੇ, ਵਿਦਾਊਟ ਐਨੀ ਇੰਟਰਨੈਟ ਉੱਥੇ ਉਹਨਾਂ ਨੇ ਰਹਿਣਾ, ਵਿਦਾਊਟ ਬਾਹਰਲੇ ਕਿਸੇ ਦੁਨੀਆ ਦੇ ਸੰਪਰਕ ਤੋਂ ਬਿਨਾਂ ਰਹਿਣਾ। ਉੱਦਾਂ ਦਾ ਹੀ ਸ਼ੋਅ ਲੱਗ ਰਿਹਾ ਸ਼ਾਇਦ, ਤਾਂ ਹੀ ਉਹ ਇਹਨਾਂ ਨੂੰ ਸਾਰਿਆਂ ਨੇ ਡਿਜੀਟਲ ਕਹਿ ਰਿਹਾ। ਡਿਜੀਟਲ ਅੱਗੇ ਲਿਖਿਆ ਸੀ, ਮੈਂ ਡਿਜੀਟਲ ਮੂੰਹ 'ਚ ਨਿਕਲ ਗਿਆ। ਸਸਤੀ ਕਾਪੀ ਕਹਿ ਰਿਹਾ ਉਹਦੀ ਆਪਣੀ ਦੀ ਬਿਗ ਬੌਸ ਦੀ। ਠੀਕ ਹੈ, ਇੱਕ ਹੋਰ ਵੀਡੀਓ ਉਹਦੇ 'ਚ ਸ਼ਾਇਦ ਕੁਛ ਇੱਕ ਨਵੀਂ ਇਨਫੋਰਮੇਸ਼ਨ ਮਿਲ ਜੇ। ਸੋ ਲੈਟਸ ਵਾਚ ਇਟ ਆਊਟ। मारूफ अदाकार अदनान सिद्दीकी की मेज़बानी में शुरू होने वाले नए रॉयल्टी शो तमाशा घर को शायकीन ने भारतीय टीवी शो बिग बॉस की सस्ती कॉपी करार दे दिया है। याद रहे कि अदनान सिद्दीकी का शो ARY पर नशर किया जा रहा है, जिसमें माहिरा खान, आमिना मलिक, उमर आलम, हुमैरा असगर, मरिया सफदर, सईदा इम्तियाज, रहमान जावेद, रऊफ लाला, निगाह जी, फायजा खान और सहर बेग मेहमानों के तौर पर शरीक हैं। तमाशा घर की थीम अगरचे बिल्कुल बिग बॉस जैसी नहीं रखी गई, ताहम इसकी थीम और उसके सेगमेंट्स भारतीय शो से मिलते जुलते हैं। यहाँ तक कि इसमें शामिल मेहमानों का लिबास भी सलमान खान के शो जैसा ही रखा गया है। रियलिटी शो के शुरका को मुख्तलिफ गेम्स खेलते हुए, बोल्ड जुमले और एक दूसरे से मजाक करते हुए दिखाया जा रहा है, जबकि उनके लिबास भी भारतीय शोज की तरह बोल्ड रखे गए हैं। लेकिन ARY पर तमाशा घर को नशर किए जाने के फौरी बाद कई सारिफीन ने सोशल मीडिया पर शो के हवाले से पोस्ट करते हुए इस पर बिग बॉस की कॉपी का इल्ज़ाम लगा दिया।
ज़्यादातर लोगों ने अदनान सिद्दीकी के शो को बिग बॉस की सस्ती कॉपी पीपल हु आर सेइंग दिस शो इज़ अ कॉपी ऑफ बिग बॉस इज़ आल्सो अ कॉपी बिग ब्रदर। मैं ਤੁਹਾਨੂੰ ਆਲਰੇਡੀ ਦੱਸਿਆ UK ਦਾ, ਠੀਕ ਹੈ, ਐਂਡ ਇਟ ਹੈਜ਼ ਬੀਨ ਮੇਡ ਆਲ ਓਵਰ ਦਾ ਵਰਲਡ। ਉਹ ਤੁਸੀਂ ਜੇਕਰ ਬਿਗ ਬੌਸ ਤੇ ਬਿਗ ਬ੍ਰਦਰ ਦੇ ਜੇ ਕ੍ਰੈਡਿਟਸ ਹੁੰਦੇ ਨਾ ਐਂਡ ਤੇ ਉਹ ਦੇਖੋਗੇ ਨਾ, ਜਾਂ ਉਹਨਾਂ ਦੇ ਪ੍ਰੋਡਿਊਸਰਸ ਹੀ ਸਰਚ ਕਰੋ, ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਸੇਮ ਹੀ ਹੈ। ਸੋ ਇਹਨੂੰ ਤੁਸੀਂ ਕਾਪੀ ਨਹੀਂ ਕਹਿ ਸਕਦੇ, क्योंकि वो सेम मतलब उन्होंने किसी वक्री कंट्री च बनाया, पर प्रोड्यूसर्स वही है। करार दिया। ताहम बाज़ अफराद ने तमाशा घर पर तनकीद करने की बजाय उसकी थीम और सेगमेंट्स पर बात की। बाज़ बिग बॉस लवर आफ्टर सिंग तमाशा घर तारिफीन ने तमाशा घर में दिखाए गए मनाज़िर पर भी राय दी। ये जेडे कमेंट्स आप ट्वीट्स या कमेंट्स देख रहे हैं, पाकिस्तानियां दे ही है और पाकिस्तानी शो को गैर मुल्की शोज का चरबा करार दिया। याद रहे कि नामवर पाकिस्तानी अदाकार अदनान सिद्दीकी एक ऐसे आर्टिस्ट हैं जिन्होंने पाकिस्तान के साथ साथ बॉलीवुड और हॉलीवुड में भी अपने फन का मुजाहिरा किया और खूब दाद एंजेलिना जोली ड्रामा सीरियल उरूसा से अपने फनी सफर का आगाज करने वाले अदनान सिद्दीकी ने पाकिस्तान में दम मस्तम के नाम से बतौर प्रोड्यूसर एक फिल्म भी बनाई है। हाल ही में अदनान सिद्दीकी ने अपनी एक पोस्ट के जरिए जिंदगी का फलसफा भी समझाया है। उन्होंने अपने सोशल मीडिया अकाउंट पर जिंदगी गुजारने के हवाले से एक पोस्ट जारी की थी, जिसे मद्दाहों की जानिब से काफ़ी पसंद भी किया गया है। इस पोस्ट के मुताबिक अदनान सिद्दीकी का कहना है कि इंसान उतना ही जवान होता है जितना उसका दिमाग जवान रहता है, और दिमाग को जवान रखने के लिए ज़रूरी है कि नई चीज़ें सीखी जाएं। अदनान सिद्दीकी का कहना था कि जवानी नाम की कोई चीज़ नहीं होती है, ये सब इंसान के जहन में होता है। ख्याल रहे कि अदनान सिद्दीकी पाकिस्तान के उन चंद अदाकारों में से एक हैं जिन्होंने हॉलीवुड और बॉलीवुड में अपनी अदाकारी के जौहर दिखाए। उन्होंने सन 2007 में एंजेलिना जोली और इरफान सिद्दीकी के साथ फिल्म ए माइटी हार्ट में भी काम किया था। अच्छा। अदनान सिद्दीकी ने सन 2013 में बॉलीवुड फिल्म मॉम में भी काम किया, जिसकी कास्ट में पाकिस्तानी अदाकारा सजल अली और भारत की आनजहानी अदाकारा श्री देवी शामिल थीं। YouTube पर गूगली न्यूज़ ओके गूगली न्यूज़ सो ठीक है बई आप देख लिया ਇਹਦੇ ਬਾਰੇ। ਤੁਹਾਡੀ ਕੀ ਰਾਏ ਹੈ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਤੁਸੀਂ ਇਹ ਸ਼ੋਅ ਨੂੰ ਪਸੰਦ ਕਰਦੇ ਹੋ, ਵੇਖ ਰਹੇ ਹੋ ਜਾਂ ਨਹੀਂ ਵੇਖ ਰਹੇ। ਆਈ ਥਿੰਕ 7-8 ਦਿਨ ਹੋ ਗਏ ਸ਼ੋਅ ਨੂੰ ਸ਼ੁਰੂ ਹੋਏ, ਐਂਡ ਜਦੋਂ ਬਿਗ ਬੌਸ ਦਾ ਤਾਂ ਇੱਧਰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ, ਲੋਕਾਂ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ। ਐਂਡ ਬਿਗ ਬੌਸ ਤੋਂ ਬਾਅਦ ਹੁੰਦਾ ਕਿ ਜਿੰਨੇ ਵੀ ਸਟਰਗਲਿੰਗ ਆਰਟਿਸਟ ਆ ਜਾਂ ਜਿਨ੍ਹਾਂ ਦਾ ਕੰਮ ਨਹੀਂ ਚੱਲ ਰਿਹਾ, ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ, ਉਹ ਬਿਗ ਬੌਸ 'ਚ ਆਉਂਦੇ ਆ। ਫਿਰ ਉਹ ਉੱਥੇ ਇੱਕ ਦੂਜੇ ਨਾਲ ਰੋਂਦੇ ਆ, ਹੱਸਦੇ ਆ, ਖੇਡਦੇ ਆ, ਨੱਚਦੇ ਆ, ਟੱਪਦੇ ਆ, ਇੱਦਾਂ ਦੀਆਂ ਐਕਟੀਵਿਟੀਜ਼ ਹੁੰਦੀਆਂ, ਗੇਮਾਂ ਖੇਡਦੇ ਆ, ਟਾਸਕ ਖੇਡਦੇ ਆ। ਉਹਨਾਂ ਦੀ ਪਰਫੋਰਮੈਂਸ ਦੇਖ ਕੇ ਜਦੋਂ ਇੱਕ ਵਿਨਰ ਕੱਢਦੇ ਆ ਤਾਂ ਫਿਰ ਉਹਨੂੰ ਕੰਮ ਮਿਲਣਾ ਸ਼ੁਰੂ ਹੋ ਜਾਂਦਾ। ਉਹ ਮਿਊਜ਼ਿਕ ਵੀਡੀਓਜ਼ ਕਰਦਾ, ਉਹਨੂੰ ਕੋਈ ਡਰਾਮਾ ਸੀਰੀਅਲ ਮਿਲ ਜਾਂਦਾ, ਉਹਨੂੰ ਕੋਈ ਫਿਲਮ ਮਿਲ ਜਾਂਦੀ ਹੈ। ਠੀਕ ਹੈ, ਫਿਲਮ ਵਾਲੇ ਤਾਂ ਆਈ ਥਿੰਕ ਬਹੁਤ ਘੱਟ ਹੋਣਗੇ, ਮੋਸਟਲੀ ਗਾਣੇ ਕਵਰ ਸੌਂਗਸ ਹੀ ਮਿਲਦੇ ਆ। ਸੋ ਦੂਜੀ ਗੱਲ, ਹੁਣ ਪਾਕਿਸਤਾਨ ਦੇ ਵਿੱਚ ਇਹ ਤੁਹਾਡਾ ਸ਼ੋਅ ਸ਼ੁਰੂ ਹੋ ਰਿਹਾ। ਆਈ ਥਿੰਕ ਇੱਦਾਂ ਦਾ ਸ਼ੋਅ ਠੀਕ ਵੀ ਹੈ, ਚੱਲਣਾ ਚਾਹੀਦਾ ਵੀ ਹੈ, ਪਰ ਇੱਕ ਜਿਹੜਾ ਕਲਚਰ ਆਈ ਥਿੰਕ ਉਹ ਇੱਕ ਡਿਫਰੈਂਟ ਹੋਣਾ ਚਾਹੀਦਾ। ਜੇਕਰ ਉਹਨੂੰ ਐਜ਼ ਆ ਤੁਸੀਂ ਸੇਮ ਉੱਦਾਂ ਦਿਖਾ ਦੋਗੇ ਤਾਂ ਆਈ ਡੋਂਟ ਨੋ ਕਿ ਇਹ ਚੀਜ਼ ਚੱਲੇਗੀ ਜਾਂ ਨਹੀਂ। ਪਰ ਜਿਹੜੇ ਇੰਡਸਟਰੀ ਵਾਲੇ ਆ ਉਹ ਇੱਕ ਦੂਜੇ ਦੀ ਰੈਫਰੈਂਸ ਲੈ ਕੇ ਤੇ ਸ਼ੋਅ ਸ਼ੁਰੂ ਕਰ ਸਕਦੇ ਆ। ਮੈਨੂੰ ਇਹਦੇ 'ਚ ਕਦੇ ਪ੍ਰੋਬਲਮ ਨਹੀਂ ਰਹੀ। ਹਾਲਾਂਕਿ ਪਾਕਿਸਤਾਨ ਦੇ ਬਹੁਤ ਸਾਰੇ ਇੱਦਾਂ ਦੇ ਗਾਣੇ ਆ ਜਿਹੜੇ ਇੰਡੀਆ ਦੇ ਬਾਲੀਵੁੱਡ ਨੇ ਇੱਧਰ ਬਣਾਏ ਆ। ਠੀਕ ਹੈ, ਸੋ ਜੇਕਰ ਪਾਕਿਸਤਾਨ ਲਈ ਵੀ ਇੱਕ ਸ਼ੋਅ ਨੂੰ ਕਾਪੀ ਕਰ ਰਹੇ ਆ ਤਾਂ ਆਈ ਥਿੰਕ ਇਟਸ ਨਾਟ ਅ ਬਿਗ ਡੀਲ। ਠੀਕ ਹੈ, ਐਂਡ ਪ੍ਰੋਡਕਸ਼ਨ ਤਾਂ ਸਾਰੀ ਆਪਣੀਆਂ, ਉਹ ਕਿਹੜਾ ਕੋਈ ਬਿਗ ਬੌਸ ਦੀ ਕਿਸੇ ਚੀਜ਼ ਨੂੰ ਚੱਕ ਰਹੇ ਆ, ਜਸਟ ਦੇਖ ਕੇ ਉੱਦਾਂ ਵਰਗਾ ਬਣਾ ਰਹੇ ਹੈ ਨਾ। ਸੋ ਉਹਦੇ ਵਿੱਚ ਹੋ ਸਕਦਾ ਇਸ ਡਿਫਰੈਂਟ ਚੀਜ਼ਾਂ ਵੀ ਹੋਣ। ਸੋ ਜਿਹੜਾ ਸਟਾਰਟਿੰਗ ਦੇ ਟ੍ਰੇਲਰ ਸੀਗਾ, ਟੀਜ਼ਰ ਸੀ ਛੋਟਾ ਜਿਹਾ, ਅਦਨਾਨ ਸਿੱਦੀਕੀ ਜਿਹਦੇ ਵਿੱਚ ਵੌਇਸ ਓਵਰ ਦੇ ਰਿਹਾ, ਸਕ੍ਰਿਪਟ ਘੈਂਟ ਸੀ, ਪਰ ਮੈਨੂੰ ਥੋੜ੍ਹੀ ਜਿਹੀ ਆਵਾਜ਼ ਦੇ ਵਿੱਚ ਕਮੀ ਲੱਗੀ ਕਿ ਆਵਾਜ਼ ਥੋੜ੍ਹਾ ਜਿਹਾ ਉਹ ਜੇਕਰ ਉਹ ਮਾਈਕ ਮਤਲਬ ਕਿ ਵਧੀਆ ਯੂਜ਼, ਮਾਈਕ ਤਾਂ ਚਲੋ ਵਧੀਆ ਯੂਜ਼ ਕੀਤਾ, ਆਈ ਮੀਨ ਟੂ ਸੇ ਜੇਕਰ ਉਹਦੀ ਵਧੀਆ ਮਿਕਸਿੰਗ ਕੀਤੀ ਜਾਂਦੀ ਹੈ, ਐਡੀਟਿੰਗ ਕੀਤੀ ਜਾਂਦੀ, ਥੋੜ੍ਹੀ ਬੇਸ ਐਡ ਕੀਤੀ ਜਾਂਦੀ ਆਵਾਜ਼ ਵਿੱਚ ਤਾਂ ਆਈ ਥਿੰਕ ਥੋੜ੍ਹਾ ਹੋਰ ਉਹ ਡਰਾਮੈਟਿਕ ਬਣਨਾ ਸੀਗਾ ਅਤੇ ਇੱਕ ਕਿਉਰਿਓਸਿਟੀ ਵਧਣੀ ਸੀ ਆਡੀਅੰਸ ਦੀ। ਕਿਉਂਕਿ ਅੱਜ ਕੱਲ੍ਹ ਜਦੋਂ ਵੀ ਵੌਇਸ ਓਵਰ ਆਉਂਦੇ ਆ, ਚਾਹੇ ਤੁਸੀਂ ਗਾਣਿਆਂ ਦੀ ਸਟਾਰਟਿੰਗ 'ਚ ਦੇਖ ਲਓ ਜਾਂ ਫਿਲਮਾਂ ਦੀ ਬੈਕਗਰਾਊਂਡ 'ਚ ਦੇਖ ਲਓ ਜਾਂ ਕੋਈ ਲਿਰਿਕਸ ਜਾਂ ਕੋਈ ਪੋਇਟਰੀ ਹੈ, ਤਾਂ ਉਹ ਹਮੇਸ਼ਾ ਇੱਕ ਪ੍ਰੋਪਰ ਬਾਸ ਵਾਲੀ ਆਉਂਦੀ ਹੈ ਜਿਹਦੇ 'ਚ ਫੁੱਲ ਬੇਸ ਹੁੰਦੀ ਹੈ ਅਤੇ ਇੱਕ ਗਰਜਵੀਂ ਆਵਾਜ਼ ਲੱਗਦੀ ਹੈ ਕਿ ਬੰਦੇ ਦੀ ਆਵਾਜ਼, ਜਿੱਦਾਂ ਲਾਈਕ ਓਮਪੁਰੀ ਸਾਹਿਬ ਹੋ ਗਏ, ਸਲਮਾਨ ਖਾਨ ਹੋ ਗਏ, ਹੈ ਨਾ। ਇਹਨਾਂ ਦੀ ਤੁਸੀਂ ਆਵਾਜ਼ ਦੇਖੋਗੇ ਨਾ ਜਦੋਂ ਕਈ ਵਾਰੀ ਸ਼ੋਅ ਦੇ ਵਿੱਚ ਵੌਇਸ ਓਵਰ ਦਿੰਦੇ ਹੈ ਤਾਂ ਉਹ ਜ਼ਬਰਦਸਤ ਹੁੰਦੀ ਹੈ। ਹੁਣ ਆਈ ਡੋਂਟ ਨੋ ਕਿ ਬਿਗ ਬੌਸ ਦੇ ਵਾਂਗੂ ਹੀ ਇਹ ਸ਼ੋਅ ਦੇ ਵਿੱਚ ਵੀ ਕੋਈ ਵੌਇਸ ਓਵਰ ਸੁਣਿਆ ਕਰੂਗਾ ਅਤੇ ਉਹ ਵੌਇਸ ਨੂੰ ਸੁਣ ਕੇ ਬਾਕੀ ਸਾਰੇ ਜਣੇ ਉੱਦਾਂ ਹੀ ਕੰਮ ਕਰਨਗੇ ਜਿੱਦਾਂ ਬਿਗ ਬੌਸ 'ਚ ਕਰਦੇ ਆ। ਬਿਗ ਬੌਸ ਦੀ ਆਵਾਜ਼ ਆਉਂਦੀ ਹੁੰਦੀ ਹੈ, ਆਈ ਥਿੰਕ ਉਹ ਚੀਜ਼ ਤਾਂ ਨਹੀਂ ਕੀਤੀ ਹੋਣੀ, ਥੋੜ੍ਹਾ ਬਹੁਤਾ ਡਿਫਰੈਂਟ ਕਰਨਗੇ। ਸੋ ਮੇਨ ਥਿੰਗ ਇਜ਼ ਕਿ ਇਹਨਾਂ ਨੇ ਉੱਦਾਂ ਹੀ ਇੱਕ ਕੰਟੈਸਟੈਂਟਸ ਲਏ ਆ, ਉਹਨਾਂ ਨੂੰ ਇੱਕ ਜਗ੍ਹਾ 'ਤੇ ਬਿਠਾਇਆ ਐਂਡ ਉਹਨਾਂ ਨਾਲ ਗੇਮ ਖੇਡਣਗੇ। ਠੀਕ ਹੈ, ਪੂਰਾ ਕਾਪੀ ਨਹੀਂ ਹੈ ਇਹ, ਜਸਟ ਇੱਕ ਫੋਰ ਦਾ ਰੈਫਰੈਂਸ ਲਿਆ। ਸੋ ਠੀਕ ਹੈ, ਮੈਨੂੰ ਤਾਂ ਵੈਸੇ ਵਧੀਆ ਲੱਗਾ, ਪਰ ਮੈਂ ਦੇਖ ਕੇ ਵੇਖੂੰਗਾ। ਜੇ ਮੈਨੂੰ ਵਧੀਆ ਲੱਗਾ ਤਾਂ ਹੋ ਸਕਦਾ ਕਿ ਮੈਂ ਪੂਰਾ ਸ਼ੋਅ ਵੇਖ ਲਾਂ, ਬਟ ਜੇ ਨਾ ਵਧੀਆ ਲੱਗਾ ਦੈਨ ਇੱਕ ਐਪੀਸੋਡ ਦੇਖਾਂਗੇ, ਉਹ ਵੀ ਟਪਾ ਕੇ।
पर जे वधिया लग्या तो फिर सारे देख लांगे। ये हुण अपने अपने डिपेंड करता है, क्यों भी गुगली न्यूज़। सो ठीक है, इन्हां दा चैनल भी जाके चैक कर लियो, ठीक है। बोथ लिंक इन द डिस्क्रिप्शन बिलो। मिलदे किसी होर वीडियो। सत श्री अकाल।